ਗੈਂਗਸਟਰਾਂ ਖਿਲਾਫ ਮੁੜ ਐਕਸ਼ਨ ਦੇ ਵਿੱਚ ਐਨਆਈਏ ਪੰਜਾਬ, ਦਿੱਲੀ, ਯੂਪੀ ਅਤੇ ਰਾਜਸਥਾਨ ਦੇ ਵਿੱਚ ਇੱਕੋ ਵੇਲੇ ਕਈ ਥਾਵਾਂ ਤੇ ਤਾਬੜਤੋੜ ਛਾਪੇਮਾਰੀ। ਲਾਰੈਂਸ ਬਿਸ਼ਨੋਈ ਦੇ ਟਿਕਾਣਿਆਂ ਤੇ ਵੀ ਸਰਚ ਆਪਰੇਸ਼ਨ ਜਾਰੀ। ਸਰਹੱਦ ਤੇ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਨਾਕਾਮ। ਅੰਮ੍ਰਿਤਸਰ ਦੇ ਚਾਹਰਪੁਰ ਇਲਾਕੇ ਦੇ ਵਿੱਚ ਬੀਐਸਐਫ ਨੇ ਮਾਰ ਗਿਰਾਇਆ ਡਰੋਨ। ਖੇਤਾਂ ਦੇ ਵਿੱਚ ਚਿੱਟੇ ਰੰਗ ਦੀ ਪੋਲੀਥੀਨ ਦੇ ਵਿੱਚ ਸੁੱਟੀ ਸ਼ੱਕੀ ਵਸਤੂ ਬਰਾਮਦ। ਅੱਜ ਖਤਮ ਹੋਣ ਜਾ ਰਿਹਾ ਡੀਜੀਪੀ ਦਾ ਗਨ ਕਲਚਰ ਵਾਲਾ ਅਲਟੀਮੇਟਮ। ਬਾਅਦ ਦੁਪਹਿਰ ਫਿਰ ਐਕਸ਼ਨ ਮੋਡ ਦੇ ਵਿੱਚ ਆਵੇਗੀ ਪੁਲਿਸ। ਡੀਜੀਪੀ ਨੇ ਸੰਬੰਧਿਤ ਸੋਸ਼ਲ ਮੀਡੀਆ ਤੋਂ ਇਤਰਾਜ਼ਯੋਗ ਕੰਟੈਂਟ ਹਟਾਉਣ ਦੇ ਲਈ ਦਿੱਤੀ ਸੀ ਮੌਲਤ। ਕਥਿਤ ਸਿੰਚਾਈ ਘੁਟਾਲੇ ਦੇ ਵਿੱਚ ਵਿਜੀਲੈਂਸ ਨੇ ਤੇਜ਼ ਕੀਤੀ ਜਾਂਚ। ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ ਤੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਕੀਤਾ ਤਲਬ। ਅੱਜ ਮੋਹਾਲੀ ਦੇ ਵਿੱਚ ਵਿਜੀਲੈਂਸ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ। ਅੱਜ ਵਿਜੀਲੈਂਸ ਦੇ ਅੱਗੇ ਪੇਸ਼ ਹੋਣਗੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਕੀਤਾ ਗਿਆ ਸੰਮਨ। 26 ਤਰੀਕ ਨੂੰ ਨਹੀਂ ਹੋਏ ਸਨ ਪੇਸ਼। ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਕੋਟਕਪੂਰਾ ਗੋਲੀकांड ਦੀ ਜਾਂਚ ਕਰ ਰਹੀ ਹੈ ਐਸਆਈਟੀ। ਅੱਗੇ ਪੇਸ਼ੀ ਅੱਜ ਚੰਡੀਗੜ੍ਹ ਦਫ਼ਤਰ ਦੇ ਵਿੱਚ ਦੁਪਹਿਰ 2 ਵਜੇ ਬੁਲਾਇਆ। ਐਸਆਈਟੀ ਨੇ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਕੀਤਾ ਹੈ ਸੰਮਨ। ਬੀਜੇਪੀ ਦੇ ਗੱਠਜੋੜ ਪਲਾਨ ਦੇ ਵਿੱਚੋਂ ਬਾਦਲ ਪਰਿਵਾਰ ਬਾਹਰ। ਨਿਊਜ਼ 18 ਤੇ ਬੋਲੇ ਇਕਬਾਲ ਸਿੰਘ ਲਾਲਪੁਰਾ, ਅਕਾਲੀ ਦਲ ਤਾਂ ਅੱਜ ਵੀ ਸਾਡੇ ਨਾਲ। ਢੀਂਡਸਾ ਧੜੇ ਦਾ ਦਿੱਤਾ ਹਵਾਲਾ, ਪਰ ਭਾਈਚਾਰੇ ਨੂੰ ਸੱਟ ਮਾਰਨ ਵਾਲਿਆਂ ਦੇ ਨਾਲ ਨਹੀਂ ਪਾਵਾਂਗੇ ਸਾਂਝ। ਇਕਬਾਲ ਸਿੰਘ ਲਾਲਪੁਰਾ ਦਾ ਪੰਜਾਬ ਸਰਕਾਰ ਤੇ ਵੱਡਾ ਇਲਜ਼ਾਮ। ਕਿਹਾ ਮੈਂ 1 ਸਾਲ ਤੋਂ ਪੰਜਾਬ ਦੇ ਵਿੱਚ ਬਣ ਰਹੀਆਂ ਚਰਚ ਬਾਰੇ ਮੰਗ ਰਿਹਾ ਡਾਟਾ, ਪਰ ਸਰਕਾਰ ਨਹੀਂ ਦੇ ਰਹੀ ਕੋਈ ਅੰਕੜਾ। ਸ਼ਰਧਾ ਕਤਲकांड ਦੇ ਮੁਲਜ਼ਮ ਆਫਤਾਬ ਤੇ ਦਿੱਲੀ ਐਫਐਸਐਲ ਦਫ਼ਤਰ ਦੇ ਬਾਹਰ ਹਮਲੇ ਦੀ ਕੋਸ਼ਿਸ਼। 4 ਤੋਂ 5 ਮੁਲਜ਼ਮਾਂ ਨੇ ਤਲਵਾਰ ਦੇ ਨਾਲ ਬੋਲਿਆ ਧਾਵਾ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮ, ਕੇਸ ਕੀਤਾ ਦਰਜ। ਪਟਿਆਲਾ ਦੇ ਘਨੌਰ ਦੇ ਵਿੱਚ 3 ਬਾਈਕ ਸਵਾਰ ਲੁਟੇਰਿਆਂ ਨੇ ਲੁੱਟਿਆ ਬੈਂਕ। 18 ਲੱਖ ਰੁਪਏ ਲੈ ਕੇ ਹੋਏ ਫਰਾਰ। ਸੀਸੀਟੀਵੀ ਵਿੱਚ ਕੈਦ ਲੁਟੇਰੇ, ਪਰ ਹੁਣ ਤੱਕ ਪੁਲਿਸ ਦੀ ਗਿਰਫਤ ਤੋਂ ਬਾਹਰ। ਪੰਚਕੂਲਾ ਵਿੱਚ ਵਾਪਰਿਆ ਦਰਦਨਾਕ ਹਾਦਸਾ। ਤੇਜ਼ ਰਫ਼ਤਾਰ ਸਕਾਰਪੀਓ ਨੇ ਬਾਈਕ ਨੂੰ ਮਾਰੀ ਜ਼ੋਰਦਾਰ ਟੱਕਰ। ਸਕੇ ਭੈਣ ਭਰਾ ਦੀ ਮੌਤ। ਤਾਏ ਦਾ ਬੇਟਾ ਲੜ ਰਿਹਾ ਜ਼ਿੰਦਗੀ ਤੇ ਮੌਤ ਦੀ ਲੜਾਈ। ਅੱਜ ਹਰਿਆਣਾ ਦੌਰੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ। ਕੁਰੂਕਸ਼ੇਤਰ ਦੇ ਵਿੱਚ ਅੰਤਰਰਾਸ਼ਟਰੀ ਗੀਤਾ ਜਯੰਤੀ ਮਹੋਤਸਵ ਦੇ ਵਿੱਚ ਹੋਣਗੇ ਸ਼ਾਮਿਲ। ਕਈ ਵਿਕਾਸ ਯੋਜਨਾਵਾਂ ਦੀ ਵੀ ਕਰਨਗੇ ਸ਼ੁਰੂਆਤ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੇ ਵਿੱਚ। ਸਭ ਤੋਂ ਪਹਿਲਾਂ ਐਨਆਈਏ ਦਾ ਵੱਡਾ ਐਕਸ਼ਨ ਜਾਰੀ ਹੈ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ, ਲਾਰੈਂਸ ਦੇ ਟਿਕਾਣਿਆਂ ਤੇ ਵੀ ਰੇਡ ਕੀਤੀ ਜਾ ਰਹੀ ਹੈ। ਲਾਰੈਂਸ ਬਿਸ਼ਨੋਈ ਦੇ ਕਈ ਟਿਕਾਣਿਆਂ ਤੇ ਵੱਡੀ ਰੇਡ ਕੀਤੀ ਜਾ ਰਹੀ ਹੈ। 4 ਸੂਬਿਆਂ ਦੇ ਵਿੱਚ 20 ਥਾਵਾਂ ਤੇ ਤਾਬੜਤੋੜ ਛਾਪੇਮਾਰੀ ਹੋ ਰਹੀ ਹੈ। ਪੰਜਾਬ, ਦਿੱਲੀ, ਯੂਪੀ ਅਤੇ ਰਾਜਸਥਾਨ, ਯਾਨੀ ਕਿ ਜਿੱਥੇ ਜਿੱਥੇ ਇਹਨਾਂ ਦਾ ਨੈਕਸਸ ਹੋਣ ਦਾ ਖਦਸ਼ਾ ਹੈ, ਯਾਨੀ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਵੱਡਾ ਨੈਟਵਰਕ ਗੁਰਗਿਆਂ ਦਾ ਬਣਾਇਆ ਜਾਂਦਾ, ਤਾਂ ਉਹੀ 4 ਸੂਬੇ ਅਹਿਮ ਨੇ ਜਿੱਥੇ ਕਿ ਇਸ ਵੇਲੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ, ਦਿੱਲੀ, ਯੂਪੀ ਅਤੇ ਰਾਜਸਥਾਨ ਤੋਂ ਜਾਣਕਾਰੀ ਹੈ ਕਿ ਉੱਥੇ ਛਾਪੇ ਚੱਲ ਰਹੇ ਨੇ। ਲਾਰੈਂਸ ਤੋਂ ਪੁੱਛਗਿੱਛ ਤੋਂ ਬਾਅਦ ਦੱਸਦੀ ਕਿ ਸਰਚ ਆਪਰੇਸ਼ਨ ਇਹ ਕੀਤਾ ਜਾ ਰਿਹਾ। ਕੁਝ ਦਿਨ ਪਹਿਲਾਂ ਹੀ ਐਨਆਈਏ ਪੰਜਾਬ ਤੋਂ ਲਾਰੈਂਸ ਨੂੰ ਲੈ ਕੇ ਗਈ ਹੈ, ਯਾਨੀ ਕਿ ਉੱਥੇ ਰਿਮਾਂਡ ਜਿਹੜਾ ਉਹ ਚੱਲ ਰਿਹਾ ਹੈ। ਤਾਂ ਉਸ ਤੋਂ ਬਾਅਦ ਹੁਣ ਛਾਪੇਮਾਰੀ ਦੀ ਖबर है। शंकर आनंद फोन लाइन तेरे ज्यादा जानकारी ली। शंकर, क्या कुछ इस समय की जानकारी? केंद्रीय जांच एजेंसी एनआईए के द्वारा इस वक्त में लॉरेंस बिश्नोई और उसके गैंग से संबंधित कई लोगों के खिलाफ तकरीबन 20 लोकेशन पर सर्च ऑपरेशन को अंजाम दिया जा रहा है। और ये सर्च ऑपरेशन राजधानी दिल्ली, पंजाब, हरियाणा, राजस्थान में दिया जा रहा है। ये 4 राज्यों में जो 20 लोकेशन है इस मामले पर सर्च ऑपरेशन को अंजाम दिया जा रहा है। और एनआईए के जो हमारे सूत्र हैं उन्होंने इस मामले पर कंफर्म किया है कि फिलहाल अभी 20 लोकेशन है, लेकिन बाद में हो सकता है कि कुछ लोकेशन और भी इजाफा किया जा सकता है। और जिस तरह से लॉरेंस बिश्नोई की बात करें, लॉरेंस बिश्नोई पिछले काफी समय से इन 4 राज्यों में अपना एक बड़ा नेटवर्क तैयार किया था। और इसी नेटवर्क के तहत कई ऐसे गैंगस्टर भी हैं जो कई दूसरे सेक्टर में बकायदा अपना पैसा इन्वेस्ट में किया था। तो एक दूसरे कह सकते हैं कि ब्लैक मनी को कैसे व्हाइट मनी में कन्वर्ट किया गया है, ये भी मामला
सामने आया था, जिसके तहत ये जानकारी मिली थी कि पंजाब के कई ऐसे सिंगर हैं और संगीतकार हैं, उसके पास कई गैंगस्टर का जो पैसा है वो लगा हुआ है। यानी कि गैंगस्टर का जो पैसा है, जो बदमाशों का पैसा है, वो उस म्यूजिक इंडस्ट्री में लगाया जा रहा है। तो इस मामले की भी जानकारी मिली थी। और उसके साथ ही जिस तरह से लॉरेंस बिश्नोई गैंग के खिलाफ तमाम सबूतों को आधार बनाते हुए ये पाया गया कि लॉरेंस बिश्नोई गैंग का बहुत बड़ा नेटवर्क है, लिहाजा उसके खिलाफ यूएपीए एक्ट के तहत मामला दर्ज किया गया था। और उसी के तहत उसके खिलाफ मामले को दर्ज करने के बाद उस बठिंडा जेल से दिल्ली स्थित एनआईए हेडक्वार्टर में लाया गया और यहाँ पर जब पूछताछ की गई और उसी पूछताछ के आधार पर आज नए लोकेशन पर सर्च ऑपरेशन को अंजाम दिया जा रहा है। और सर्च ऑपरेशन तकरीबन जब 12 बजे तक कंप्लीट हो जाएगी, उसके बाद बताया जा सकता है कि सर्च ऑपरेशन के दौरान क्या क्या जानकारियां मिली हैं, किस तरह के सबूत मिले हैं। तो कहा जा सकता है कि थोड़ा सा इंतजार करना पड़ेगा उस चीज के लिए। ठीक है शंकर, फिलहाल आप जुड़े रहे हमारे साथ और फिलहाल इस खबर के लिए शुक्रिया। ਤਾਂ ਇਹ ਵੱਡੀ ਖਬਰ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਛਾਪੇ ਚੱਲ ਰਹੇ ਨੇ, ਜਿਵੇਂ ਜਾਣਕਾਰੀ ਸ਼ੰਕਰ ਆਨੰਦ ਵੀ ਦੇ ਰਹੇ ਨੇ ਕਿ ਆਖਰਕਾਰ ਲਾਰੈਂਸ ਬਿਸ਼ਨੋਈ ਜੋ ਰਿਮਾਂਡ ਤੇ ਇਸ ਵੇਲੇ ਐਨਆਈ ਦੇ ਔਰ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜਿਸ ਤੋਂ ਬਾਅਦ ਇਹ ਰੇਡ ਜਿਹੜੀ ਹੈ ਉਹ ਕਾਫੀ ਅਹਿਮ ਮੰਨੀ ਜਾ ਰਹੀ ਹੈ। ਤਾਂ ਉਧਰ ਖਬਰ ਹੈ ਪਾਕ ਦੀ ਨਾਪਾਕ ਸਾਜ਼ਿਸ਼ ਨੂੰ ਲੈ ਕੇ, ਦੱਸੀਏ ਕਿ ਪਾਕ ਦੀ ਨਾਪਾਕ ਸਾਜ਼ਿਸ਼ ਨਾਕਾਮ ਹੋਈ ਹੈ। ਅੰਮ੍ਰਿਤਸਰ ਦੇ ਵਿੱਚ ਬੀਐਸਐਫ ਨੇ ਪਾਕਿਸਤਾਨੀ ਡਰੋਨ ਡੇਗ ਦਿੱਤਾ ਹੈ। ਚਾਹਰਪੁਰ ਇਲਾਕਾ ਹੈ ਜਿੱਥੇ ਬੀਐਸਐਫ ਨੇ ਡਰੋਨ ਡੇਗਿਆ ਹੈ, ਤਾਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਰਾਤ 10:47 ਤੇ ਡਰੋਨ ਦੀ ਹਲਚਲ ਹੋਈ, ਯਾਨੀ ਕਿ ਪੌਣੇ 11 ਵਜੇ ਦਾ ਸਮਾਂ ਸੀ ਜਿਸ ਵੇਲੇ ਡਰੋਨ ਦੀ ਹਲਚਲ ਹੋਈ ਹੈ, ਤਾਂ ਭਾਰਤੀ ਸਰਹੱਦ ਦੇ ਵਿੱਚ ਸ਼ੱਕੀ ਵਸਤੂ ਜੋ ਹੈ ਉਹ ਬਰਾਮਦ ਹੋਈ। एक ਹੈਗਜ਼ਾਕਾਪਟਰ भी है जो बरामद किया गया। सरहद के नेड़े दस कि खेतों के चिट्टे रंग का पॉलीथिन सुटिया गया सी, तां इह वड्डी साजिश नूं नाकाम किया गया। शंकर आनंद लगातार ने हालांकि ये भी दस दईए कि एक्सक्लूसिव तस्वीरां जिहड़ियां ने तुहानूं दिखा रहे हैं स्क्रीन ते, जो बरामद होया हैगਜ਼ਾਕਾਪਟਰ एक जहाज दे आकार दा सी कह सकदे जी। जिस तरीके दे नाल इसदा आकार है बहुत वड्डा आकार हुंदा है, इसे करके शायद ये वजन जो है ना चुक सकता है। तो डिटेल दे विच जानकारी लेने शंकर आनंद फोन लाइन ते ने। शंकर, क्या कुछ आपके पास जानकारी? देखिए, पाकिस्तान की तरफ से अक्सर पिछले कुछ समय से देखा जा रहा है कि इस तरह से एक नापाक जो साजिश है वो उसको अंजाम दिया जा रहा है। और जिस तरह से अमृतसर से सटा हुआ जो एक इलाका है चाहरपुर, यहाँ पर जिस तरह से बकायदा एक ड्रोन को यहाँ पर संदिग्ध हालत में देखा गया और उस संदिग्ध गतिविधियों को देखने के बाद बीएसएफ के जवानों ने तत्काल प्रभाव से उस मामले पर कार्रवाई करते हुए उस ड्रोन को मार गिराया। और जब ड्रोन के जो टुकड़े जब नीचे गिरे तो देखा गया कि वो पाकिस्तान बना हुआ है। पाकिस्तान तो तमाम चीजों को कॉपर जो है उसको भेजा गया था। इस तरह से कहा जा सकता है कि जिस तरह से नशे का सामान का आदान प्रदान करने के लिए और दूसरा जासूसी करने की नियत से जिस तरह से पाकिस्तान से इस ड्रोन का प्रयोग किया जाता रहा है, तो लगातार इस तरह के मामलों पर बीएसएफ अपनी सतर्कता की वजह से कार्रवाई कर रही है। और पिछले अगर 2-3 महीनों के अंतराल की अगर बात करें तो कई ऐसे ड्रोन को मार गिराया गया है। और एक तरह से कहा जा सकता है कि बीएसएफ की सतर्कता की वजह है जिसकी वजह से इस तरह के मामलों को अंजाम दिया जा रहा है। तो एक तरह से कह सकते हैं पाकिस्तान की जो नापाक साजिश है वो लगातार इस बॉर्डर इलाके में देखने को मिल रहा है। लेकिन जब वो इस तरह की साजिश करता है, लेकिन हमारे बीएसएफ के जवान जो हैं उन तमाम मसलों पर गंभीरता से नजर बनाए हुए थे। और ये चाहरपुर का जो इलाका है, यहाँ पर भी कल रात में जिस तरह से वहाँ पर संदिग्ध गतिविधियां देखी गई थी, तो वहाँ पर लगातार जो सीनियर ऑफिसर्स हैं उसको इन्फॉर्म किया गया, उनको बताया गया कि एक सस्पेक्ट ड्रोन को देखा जा रहा है, क्या करना है। उसके बाद देख के साथ उसको मारा गया। तो एक तरह से कहा जा सकता है कि उस ड्रोन से संबंधित तमाम जानकारियों को इकट्ठा किया जा रहा है। और इसके साथ ही जिस इलाके में उस ड्रोन को देखा गया, आसपास में सर्च ऑपरेशन को भी अंजाम दिया जा रहा है, जिससे ये पता करने की कोशिश की जा रही है कहीं उस इलाके में कहीं नशे का कोई सामान तो नहीं गिराया गया है या कोई संदिग्ध सामान तो नहीं गिराया गया है। तो उसको लेकर भी बीएसएफ के जवान वहाँ पर सर्च ऑपरेशन को अंजाम दे रहे हैं। जी बिल्कुल, बहुत अहम है। बहुत बहुत शुक्रिया तमाम जानकारी के लिए शंकर। ਤਾਂ ਇਹ ਵੱਡਾ ਮਸਲਾ ਹੈ। ਹਾਲਾਂਕਿ ਹੁਣ ਇੱਕ ਕਦਮ ਹੋਰ ਵੱਧ ਕੇ ਜੋ ਹੈ ਬੀਐਸਐਫ ਸਰਹੱਦ ਤੇ ਜੋ ਫੋਰਸਿਸ ਤੈਨਾਤ ਨੇ ਉਹਨਾਂ ਦੇ ਵੱਲੋਂ ਇਸ ਸਖਤਾਈ ਦੇ ਨਾਲ ਕਾਰਵਾਈ ਕੀਤੀ ਜਾਂਦੀ ਹੈ। ਤਾਂ ਇਸੇ ਕਰਕੇ ਕਹਿ ਸਕਦੇ ਹਾਂ ਕਿ ਡਰੋਨ ਨੂੰ ਹੁਣ ਡੇਗ ਲਿਆ ਜਾਂਦਾ ਹੈ। ਅਕਸਰ ਇਹ ਖਬਰਾਂ ਆਉਂਦੀਆਂ ਸਨ ਕਿ ਡਰੋਨ ਤੇ ਫਾਇਰਿੰਗ ਹੋਈ ਔਰ ਪਾਕਿਸਤਾਨ ਵਾਲੇ ਪਾਸੇ ਉਹ ਮੁੜ ਗਿਆ, ਪਰ ਹੁਣ
ਅਜਿਹਾ ਨਹੀਂ ਹੈ। ਹੁਣ ਡਰੋਨ ਤੇ ਅਜਿਹੀ ਫਾਇਰਿੰਗ ਹੁੰਦੀ ਹੈ ਕਿ ਉੱਥੇ ਹੀ ਇਹ ਡੇਗ ਲਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਹੁਣ ਇਹ ਤਸਵੀਰ ਵੀ ਐਕਸਕਲੂਸਿਵ ਸਾਹਮਣੇ ਆ ਗਈ ਹੈ। ਇਸ ਨੂੰ ਹੈਗਜ਼ਾਕਾਪਟਰ ਕਿਹਾ ਜਾਂਦਾ ਹੈ ਕਿਉਂਕਿ ਹੈਲੀਕਾਪਟਰ ਦੇ ਨਾਂ ਤੋਂ ਅੱਗੇ ਜਿਹੜਾ ਨਾਂ ਹੈ ਉਹ ਬਣਿਆ। ਤਾਂ ਇਸ ਦੀ ਪੂਰੀ ਜਾਣਕਾਰੀ ਜਿਹੜੀ ਹੈ BSF ਦੇ ਅਧਿਕਾਰੀ ਵੀ ਸਮੇਂ ਤੇ ਦਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਇੰਨਾ ਜ਼ਿਆਦਾ ਇਹ ਵਜ਼ਨ ਚੁੱਕ ਸਕਦਾ ਹੈ, ਕਿਸ ਤਕਨੀਕ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ। ਨਾਪਾਕ ਸਾਜ਼ਿਸ਼ਾਂ ਨੇ ਗੁਆਂਢੀ ਮੁਲਕ ਲਗਾਤਾਰ ਕਰ ਰਿਹਾ, ਪਰ ਹੁਣ BSF ਦੀ ਇਹ ਮੁਸਤੈਦੀ ਸੁਰੱਖਿਆ ਸਖਤੀ ਜਿਹੜੀ ਹੈ ਇੱਥੇ ਕੰਮ ਕਰਦੀ ਨਜ਼ਰ ਆ ਰਹੀ ਹੈ। ਉਧਰ ਬਠਿੰਡਾ ਦੇ ਦਿਆਲਪੁਰਾ ਥਾਣੇ ਤੋਂ ਗਾਇਬ ਹਥਿਆਰਾਂ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ। ਸਸਪੈਂਡ ਮੁਨਸ਼ੀ ਜੋ ਹੈ, ਮੁਨਸ਼ੀ ਸੰਦੀਪ ਦੇ 3 ਦੋਸਤਾਂ ਦੀ ਭੂਮਿਕਾ ਵੀ ਇਸ ਦੇ ਵਿੱਚ ਸਾਹਮਣੇ ਆਈ ਹੈ। 3 ਦੋਸਤਾਂ ਨੇ ਦੱਸਦੀ ਕਿ ਪਿਸਤੌਲ ਵੇਚਣ ਦਾ ਇਹ ਸੌਦਾ ਕਰਾਇਆ ਸੀ। ਮੁਨਸ਼ੀ ਤੋਂ ਪਿਸਤੌਲ ਲੈ ਕੇ ਸਾਹਿਲ ਨਾਂ ਦੇ ਸ਼ਖਸ ਨੂੰ ਵੇਚੀ ਗਈ। ਸਾਹਿਲ ਤੋਂ ਬਰਾਮਦ ਹੋਇਆ ਸੀ ਥਾਣੇ ਦੇ ਵਿੱਚੋਂ ਗਾਇਬ ਅਸਲਾ ਔਰ ਉਸਨੇ ਫਿਰ ਦੱਸਿਆ ਸੀ ਤਾਂ ਮੁਨਸ਼ੀ ਦੇ ਦੋਸਤਾਂ ਤੇ ਦੱਸਦੀ ਹੈ ਕਿ ਐਕਸ਼ਨ ਦੀ ਹੁਣ ਤਿਆਰੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੰਮ ਜਿਹੜਾ ਹੈ ਉਹ ਨਾਜਾਇਜ਼ ਕੀਤਾ ਗਿਆ। सूरज पान फोन लाइन ते ने साडे नाल। सूरज, पूरी जानकारी की है क्योंकि एक तो बाद एक इस मामले दे विच खुलासे हो रहे ने। देखो, पहले दिन तो ही न्यूज़ 18 इस खबर नूं प्रमुखता दे नाल दिखा रहा ते अगे किस तरह कड़ी दर कड़ी ये मामला जुड़दा नजर आ रहा, उसका असीं खुलासा कर रहे। संदीप नां दा जिहड़ा मुंशी है जिस दे इर्द गिर्द सारी कहानी घूम रही है, जिस ते मामला दर्ज होया ते वो फरार दस्सिया जा रहा। उसदे 3 दोस्त आइडेंटिफाई होए ने, सुरिंदर, खुशदीप अते मोना नां दा व्यक्ति है, ਜਿਹੜੇ ਤਿੰਨੇ ਸੰਦੀਪ ਨਾਂ ਦੇ ਮੁੰਸ਼ੀ ਦੇ ਚੰਗੇ ਦੋਸਤ ਸੀਗੇ ਤੇ ਇਹਨਾਂ ਤਿੰਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਅਸਲਾ ਗੁੰਮ ਹੋਇਆ ਹੈ, ਜਿਹੜਾ ਕਿ ਪ੍ਰੀਤਮ ਸਿੰਘ ਨਾਂ ਦੇ ਆਦਮੀ ਦਾ ਦੱਸਿਆ ਜਾ ਰਿਹਾ ਹੈ, ਉਸ ਦਾ ਜਿਹੜਾ ਸੌਦਾ ਜਾਂ ਉਸ ਦੀ ਵਿਚੋਲਗਰੀ ਹੈ ਇਹਨਾਂ ਤਿੰਨਾਂ ਨੇ ਕਰਵਾਈ ਸੀ। ਕਿਉਂਕਿ ਇਹ ਸੰਦੀਪ ਨਾਂ ਦੇ ਮੁੰਸ਼ੀ ਦੇ ਚੰਗੇ ਦੋਸਤ ਸੀਗੇ ਤੇ ਇਹਨਾਂ ਨੇ ਇਹ ਅਸਲਾ ਅੱਗੇ ਜਿਹੜਾ ਸਾਹਿਲ ਨਾਂ ਦਾ ਬੰਦਾ ਹੈ, ਜਿਹੜਾ ਤੁਹਾਡੇ ਯਾਦ ਹੋਏਗਾ ਕਿ ਜਿਹੜਾ ਰਾਮਪੁਰਾ ਦੇ ਵਿੱਚ ਫੜਿਆ ਗਿਆ ਸੀ, ਨਸ਼ਾ ਤਸਕਰੀ 'ਚ ਫੜਿਆ ਗਿਆ ਸੀਗਾ, ਖੁਦ ਵੀ ਨਸ਼ੇੜੀ ਦੱਸਿਆ ਜਾ ਰਿਹਾ, ਤੇ ਇਸ ਨੇ ਇਹਨਾਂ ਤਿੰਨਾਂ ਦੇ ਰਾਹੀਂ ਸੰਦੀਪ ਤੋਂ ਇਹ ਅਸਲਾ ਖਰੀਦਿਆ ਹੈ। ਤਾਂ ਕਰਕੇ ਸਾਹਿਲ ਨੂੰ ਜਿਹੜਾ ਅਸਲਾ ਦਿਵਾਉਣ ਵਾਲੇ ਸੁਰਿੰਦਰ, ਖੁਸ਼ਦੀਪ ਅਤੇ ਮੋਨਾ ਨੇ, ਪੁਲਿਸ ਨੇ ਇਹ ਸਾਰੀ ਜਾਂਚ ਰਿਪੋਰਟ ਦੇ ਵਿੱਚ ਕਿਤੇ ਨਾ ਕਿਤੇ 3 ਦੋਸਤਾਂ ਦੇ ਨਾਂ ਦਾ ਖੁਲਾਸਾ ਹੋਇਆ। ਪੁਲਿਸ ਇਹਨਾਂ ਦੇ ਖਿਲਾਫ ਵੀ ਕਾਰਵਾਈ ਕਰ ਰਹੀ ਹੈ। ਨਾਮਜ਼ਦ ਇਹਨਾਂ ਤਿੰਨਾਂ ਨੂੰ ਪੁਲਿਸ ਕੇਸ ਦੇ ਵਿੱਚ ਕਰ ਦਿੱਤਾ ਗਿਆ ਔਰ ਆਖਿਰਕਾਰ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੱਗੇ ਕਿਤੇ ਵੱਡੇ ਖੁਲਾਸੇ ਹੁੰਦੇ ਨੇ ਕਿ ਸਿਰਫ ਇਸ ਸਾਹਿਲ ਨੂੰ ਹੀ ਅਸਲਾ ਤਾਂ ਨਹੀਂ ਇਹਨਾਂ ਨੇ ਦਵਾਇਆ, ਅੱਗੇ ਹੋਰ ਕਿੰਨਾ ਬੰਦੇ ਨੂੰ ਅਸਲੇ ਵਿਕਾਏ ਨੇ, ਜਿਹੜੇ ਬਾਕੀ ਦੇ ਜਿਹੜੇ 11 ਜਾਂ 12 ਵੈਪਨ ਨੇ ਉਹ ਵੈਪਨ ਕਿਹਨੂੰ ਦਵਾਏ ਨੇ। ਤਾਂ ਕਰਕੇ ਹੁਣ ਕੜੀ ਦਰ ਕੜੀ ਅੱਗੇ ਦੇ ਅੱਗੇ ਜੁੜਨੀ ਸ਼ੁਰੂ ਹੋ ਗਈ ਹੈ, ਕਿਉਂਕਿ ਸਭ ਤੋਂ ਵੱਡੀ ਕੜੀ ਸੀ ਸੰਦੀਪ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਪਰ ਸੰਦੀਪ ਦੇ 3 ਦੋਸਤ ਹੈ ਜਿਹੜੇ ਉਹ ਕਿਤੇ ਨਾ ਕਿਤੇ ਪੁਲਿਸ ਲੱਭ ਰਹੀ ਹੈ। ਅਗਰ ਪੁਲਿਸ ਦੇ ਹੱਥੇ 3 ਦੋਸਤ ਪਹਿਲਾਂ ਆ ਜਾਂਦੇ ਨੇ, ਇਹ ਅਹਿਮ ਕੜੀ ਹੋ ਸਕਦੇ ਨੇ, ਕਿਉਂਕਿ ਇਹਨਾਂ ਨੇ ਜਿਹੜਾ ਅਸਲਾ ਥਾਣੇ ਦੇ ਵਿੱਚੋਂ ਵਿਕਾਉਣ ਦਾ ਕੰਮ ਕੀਤਾ। ਤਾਂ ਕਰਕੇ ਪੁਲਿਸ ਵਾਸਤੇ ਕੜੀ ਕਾਫੀ ਅਹਿਮ ਹੈ ਤੇ ਪੁਲਿਸ ਇਹਨਾਂ ਨੂੰ ਨਾਮਜ਼ਦ ਕਰਕੇ ਇਸ ਮਾਮਲੇ ਦੇ ਵਿੱਚ ਅਗਲੀ ਤਫਤੀਸ਼ ਦੇ ਵਿੱਚ ਲੱਗੀ ਹੋਈ ਹੈ। ਠੀਕ ਹੈ सूरज, ਧੰਨਵਾਦ ਹੈ तमाम ਜਾਣਕਾਰੀ ਦੇ ਲਈ। ਤਾਂ ਹੁਣ 4 ਜਣਿਆਂ ਦੀ ਤਲਾਸ਼ ਹੈ। ਇੱਕ ਤਾਂ ਮੁੱਖ ਜਿਹੜਾ ਮੁਲਜ਼ਮ ਹੈ ਉਸ ਦੇ 3 ਦੋਸਤ ਨੇ, ਕਿਉਂਕਿ ਇਹ ਖੁਲਾਸਾ ਹੋਇਆ ਕਿ ਉਹਨਾਂ ਦੀ ਮਦਦ ਦੇ ਨਾਲ ਅੱਗੇ ਇਸ ਨੂੰ ਵੇਚਿਆ ਗਿਆ। ਯਾਨੀ ਕਿ ਪੈਸੇ ਦਾ ਹੀ ਮਸਲਾ ਹੈ ਕਿ ਕਿਸ ਤਰੀਕੇ ਦੇ ਨਾਲ ਲਾਇਸੈਂਸੀ ਹਥਿਆਰ ਜਿਹੜੇ ਥਾਣੇ 'ਚ ਜਮ੍ਹਾਂ ਕਰਾ ਦਿੱਤੇ ਜਾਂਦੇ ਨੇ ਉੱਥੇ ਹੀ ਮੌਜੂਦ ਜਿਸ ਨੂੰ ਰਾਖੀ ਰੱਖਿਆ ਗਿਆ ਤਾਂ ਫਿਰ ਉਸ ਦੇ ਵੱਲੋਂ ਹੀ ਅੱਗੇ ਸੌਦਾ ਕਰ ਦਿੱਤਾ ਗਿਆ ਔਰ ਆਪਣੇ 3 ਦੋਸਤਾਂ ਦੀ ਇਸ ਦੇ ਵਿੱਚ ਮਦਦ ਲਈ ਗਈ ਹੈ। ਪਰ ਹੁਣ ਜਾਂਚ ਚੱਲ ਰਹੀ ਹੈ। ताकि वधांगे कथित सिंचाई घोटाले का जिक्र करांगे, जिस दे विच विजिलेंस ने जांच तेज कर दी है। साबका मंत्री शरणजीत ढिल्लों नूं अज पुछगिछ दे लई सद्दिया गया। साबका मुख सकत्तर सर्वेश कौशल ने उन्हां नूं भी तलब किया गया। तो यह सारा मामला है, दस दईए कि अज मोहाली दे विच विजिलेंस दफ्तर दे विच पेश होने दे लई कहा गया और टेंडर देने के लिए रिश्वत देने का सारा इल्जाम लग्या कि टेंडर के लिए जी रिश्वत है वो दी गई है। सारे नियम जड़े ने छिक्के ते टंग दिते गए जिस वेले ये टेंडर दिते गए। तो यह भी बड़ा सवाल है कि आखिरकार ये सिंचाई घोटाला है की है। सो जिस दे विच अज पुछगिछ दे लई सद्दिया गया है या सवाल जवाब हुण कीते जाणगे, क्योंकि साबका मंत्री ने शरणजीत ढिल्लों और श्रोमणी अकाली दल के वड्डे आगुआं दे विच आउंदे ने, जिन्हां तो सवाल जवाब होने ने। दस दईए कि करीब 1000 करोड़ रुपए का एक कथित सिंचाई घोटाला है जिस दे विच पुछगिछ की जानी है। और इस तो इलावा 2012 तो लैके 2017 के दौरान का यह मामला है। यह भी जानकारी तो मुख मुलजम जिहड़े ने ठेकेदार गुरिंदर सिंह नूं 1000 करोड़ का टेंडर जिहड़ा उस नूं लैके इल्जाम ने। टेंडर के बदले मोटी रिश्वत लैण दा इल्जाम है। नियमां नूं अखों फरोके करके टेंडर दिते गए ये इल्जाम ने। 2017 दे विच ठेकेदार गुरिंदर नूं दस्सी कि विजिलेंस ने गिरफ्तार किया है। तो यह एक बार ग्राफिक के जरिए तुहानूं दिखा रहे हैं कि कुछ सारा मामला है। दस दईए कि 2012 तो लैके 2017 के दौरान का यह मामला है। मुख मुलजम ठेकेदार
ਗੁਰਿੰਦਰ ਸਿੰਘ ਨੂੰ 1000 ਕਰੋੜ ਦੇ ਟੈਂਡਰ ਨੂੰ ਲੈ ਕੇ ਇਹ ਇਲਜ਼ਾਮ ਜਿਹੜੇ ਨੇ ਉਹ ਲੱਗੇ ਨੇ। ਤਾਂ ਟੈਂਡਰ ਦੇ ਬਦਲੇ ਮੋਟੀ ਰਿਸ਼ਵਤ ਮੋਟੀ ਰਿਸ਼ਵਤ ਦੇਣ ਦਾ ਇਲਜ਼ਾਮ ਹੈ ਕਿ ਟੈਂਡਰ ਜੋ ਦਿੱਤਾ ਗਿਆ ਤਾਂ ਮੋਟੀ ਰਿਸ਼ਵਤ ਦਿੱਤੀ ਗਈ ਇਸ ਦੇ ਵਿੱਚ, ਯਾਨੀ ਕਿ ਸਾਰੇ ਨਿਯਮ ਛਿੱਕੇ ਤੇ ਟੰਗ ਦਿੱਤੇ ਔਰ ਇਸ ਦੇ ਚੱਲਦੇ ਇਹ ਟੈਂਡਰ ਦਿੱਤੇ ਗਏ। 2017 ਦੇ ਵਿੱਚ ਠੇਕੇਦਾਰ ਗੁਰਿੰਦਰ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਤਾਂ 2021 ਦੇ ਵਿੱਚ ਠੇਕੇਦਾਰ ਗੁਰਿੰਦਰ ਦੀ 42 ਕਰੋੜ ਦੀ ਪ੍ਰਾਪਰਟੀ ਅਟੈਚ ਕੀਤੀ ਗਈ। ਕੈਪਟਨ ਸਰਕਾਰ ਦੇ ਵੇਲੇ ਕਥਿਤ ਘੁਟਾਲੇ ਦੀ ਜਾਂਚ ਸ਼ੁਰੂ ਹੋਈ ਸੀ। ਤਾਂ ਰਡਾਰ ਤੇ ਕੌਣ-ਕੌਣ ਹੈ ਵੀ ਤੁਹਾਨੂੰ ਨਾ ਦਿਖਾ ਰਹੇ ਹਾਂ। ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ, ਚਰਨਜੀਤ ਸਿੰਘ ਢਿੱਲੋਂ ਸਾਬਕਾ ਮੰਤਰੀ, ਸਰਵੇਸ਼ ਕੌਸ਼ਲ ਸਾਬਕਾ ਮੁੱਖ ਸਕੱਤਰ ਨੇ, KBS ਸਿੱਧੂ ਦੱਸ ਦਈਏ ਕਿ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਨੇ ਔਰ ਇਸ ਤੋਂ ਇਲਾਵਾ ਪੰਜਵਾਂ ਨਾਂ ਹੈ ਕਾਨ ਸਿੰਘ ਪੰਨੂ ਜੋ ਸਾਬਕਾ ਸਕੱਤਰ ਨੇ। ਤਾਂ ਇਹ 5 ਜਣੇ ਰਡਾਰ ਤੇ ਨੇ ਔਰ ਇਹ ਮਾਮਲਾ ਜੋ ਹੈ ਜਾਂ ਕਹਿ ਲਈਏ ਕਿ ਜਾਂਚ ਜੋ ਹੈ ਉਹ ਕੈਪਟਨ ਸਰਕਾਰ ਦੇ ਵੇਲੇ ਸ਼ੁਰੂ ਹੋਈ ਸੀ। ਉਸ ਵੇਲੇ ਇਹ ਜਾਂਚ ਜਿਹੜੀ ਹੈ ਸ਼ੁਰੂ ਹੋਈ ਸੀ ਤਾਂ 5 ਜਿਹੜੇ ਨੇ ਵੱਡੇ ਨਾਂ ਹੁਣ रडार ते ने। तो पंकज कपाही ने मेरे सहयोगी फोन लाइन ते ज्यादा जानकारी ली। जी पंकज की कुछ जानकारी है क्योंकि मामला पुराना है और जांच भी कैप्टन सरकार दे वेले शुरू हुई सी। देखो अज विजिलेंस ने साबका कैबिनेट मंत्री शरणजीत सिंह ढिल्लों होरां नूं पुछगिछ दे लई बुलाया जो सोर्सेज जानकारी दे रहे हैं। इस तो इलावा साबका जिहड़े मुख सकत्तर ने सर्वेश कुशल इन्हां नूं पुछगिछ दे लई बुलाया। इस तो पहला कान सिंह पन्नू होरां तो पुछगिछ जिहड़ी है वो हो चुकी है और कान सिंह पन्नू ये कह चुके थे कि इस केस दे विच उन्हां नूं जायज़ तौर ते फसाया जा रहा है। और अहम ये भी होएगा कि अज विजिलेंस के सामने साबका कैबिनेट मंत्री शरणजीत सिंह ढिल्लों पेश होंदे ने या सर्वेश कौशल पेश होंदे ने, क्योंकि पहला यह कहा जा रहा सीगा कि साबका जिहड़े मुख सकत्तर ने वो विदेश दे विच ने और अजिहे च किस तरीके दे नाल जांच अगे चलती है, क्योंकि 1000 करोड़ का यह मामला है और किस तरीके नाल ठेकेदार नूं फायदा पहुंचाया गया, पैसे किस तरीके दे नाल इस पूरे केस दे विच बनाए गए। उस वेले सरकार सी अकाली दल दी और अकाली दल सरकार दे विच दो अहम जिहड़े मिनिस्टर सीगे शरणजीत सिंह ढिल्लों ते जनमेजा सिंह सेखो और दूजे पासे तिन्ने टॉप ऑफिसर सीगे। इन्हां दा नाम जिहड़ा इस पूरे कथित तौर ते सच्चाई घोटाले दे विच सामने आया हुआ है। अजिहे विजिलेंस कोल कई सारे तत्थ ने, कई सारे सबूत ने, उन्हां दे आधार ते ही इन्वेस्टिगेशन नूं अगे जिहड़ा वधाया जा रहा है। ठीक है पंकज, धन्यवाद है तमाम जानकारी दे लई। तां दस दईए कि साबका मुख सकत्तर और इस तो इलावा साबका सकत्तर, साबका मंत्री 5 जने जड़े ने इस मामले दे विच रडार ते ने। तां अज पुछगिछ दे लई शरणजीत ढिल्लों नूं सद्दिया गया है।